ਭਗਵਾਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਦੇ ਬਚਪਨ ਦੇ 6 ਕੋਤਕ ਹਨ। ਪਹਿਲਾ ਕੋਤਕ, ਜਦ ਜਗਤ ਗੁਰੂ ਬਾਲ ਬ੍ਰਹਮਚਾਰੀ ਸ਼੍ਰੀ ਚੰਦਰ ਜੀ 4-5 ਸਾਲ ਦੇ ਹੀ ਸਨ ਤਾਂ ਇੱਕ ਦਿਨ ਦਵਾਰੇ 'ਤੇ ਸਾਧੂ ਆਣ ਕੇ ਅਲਖ ਨਿਰੰਜਨ ਦੀ ਆਵਾਜ਼ ਦਿੱਤੀ ਤਾਂ ਮਾਤਾ ਸੁਲੱਖਣੀ ਜੀ ਅਤੇ ਭੂਆ ਨਾਨਕੀ ਜੀ ਅੰਦਰ ਕਿਸੇ ਘਰੋਗੀ ਕਾਰੋਬਾਰ ਵਿੱਚ ਰੁੱਝੇ ਹੋਏ ਸਨ, ਜੋ ਸਾਧੂ ਦੀ ਆਵਾਜ਼ ਨਾ ਸੁਣ ਸਕੇ। ਬਾਲਕ ਸਰੂਪ ਅੱਗੇ ਡਿਉੜੀ ਵਿੱਚ ਬੈਠੇ ਕਿਸੇ ਖੇਡ ਵਿੱਚ ਖੇਡ ਰਹੇ ਸਨ। ਜਦ ਇੱਦਾਂ ਦਰਵਾਜ਼ੇ 'ਤੇ ਖੜ੍ਹੇ ਸਾਧੂ ਨੂੰ ਤੱਕਿਆ ਤਾਂ ਭੋਲੇ ਭੰਡਾਰੀ ਸਰੂਪ ਝੱਟ ਹੀ ਅੰਦਰ ਪੁੱਜੇ। ਅੱਗੇ ਛੋਲਿਆਂ ਦੀ ਬੋਰੀ ਭਰੀ ਪਈ, ਨਿੱਕੇ ਜਿਹੇ ਕੋਮਲ ਹੱਥ ਦੀ ਮੁੱਠੀ ਭਰੀ ਤੇ ਆਣ ਕੇ ਉਸ ਦੇ ਕਾਸੇ ਵਿੱਚ ਛੱਡ ਦਿੱਤੀ। ਛੋਲਿਆਂ ਦੇ ਦਾਣੇ ਨੂੰ ਇਹਨਾਂ ਦੇ ਹੱਥਾਂ ਦੀ ਛੋਹ ਨੇ ਹੀਰੇ ਮੋਤੀਆਂ ਦਾ ਰੂਪ ਕਰ ਦਿੱਤਾ। ਜਿਸ ਤਰ੍ਹਾਂ ਲੋਹੇ ਨੂੰ ਪਾਰਸ ਛੋਹ ਜਾਵੇ ਤਾਂ ਉਹ ਸੋਨੇ ਦਾ ਰੂਪ ਹੋ ਜਾਂਦਾ ਹੈ। ਸਾਧੂ ਨੇ ਜਦ ਆਪਣੇ ਕਾਸੇ ਵਿੱਚ ਹੀਰੇ ਮੋਤੀ ਪੈਂਦੇ ਵੇਖੇ ਤਾਂ ਹੈਰਾਨ ਵੀ ਹੈ ਅਤੇ ਨੂਰੀ ਮੁਖੜੇ ਵੱਲ ਵੇਖ ਵੇਖ ਕੇ ਪ੍ਰਸੰਨ ਵੀ ਹੋ ਰਿਹਾ ਹੈ। ਇਹੋ ਹੀ ਸੋਚ ਰਿਹਾ ਹੈ ਕਿ ਇਹ ਕੋਈ ਆਮ ਬਾਲਕ ਨਹੀਂ ਹੈ, ਕੋਈ ਉਸ ਪ੍ਰਭੂ ਦਾ ਹੀ ਅਵਤਾਰ ਹੈ, ਸ਼ਿਵ ਸਰੂਪ ਹੈ। ਕੰਨ ਵਿੱਚ ਦਰਸ਼ਨੀ ਮਾਸ ਦਾ ਮੁੰਦਰਾ ਹੈ ਅਤੇ ਤਨ ਉੱਤੇ ਭਭੂਤ ਦਾ ਵੀ ਚਿੰਨ੍ਹ ਹੈ। ਨੈਣਾਂ ਵਿੱਚ ਖੁਮਾਰੀ ਹੈ, ਮੁਖੜਾ ਗੁਲਾਬ ਦੇ ਫੁੱਲ ਵਾਂਗਰ ਰੋਸ਼ਨ ਹੈ, ਬੋਲੀ ਤੋਤਲੀ ਪਿਆਰੀ ਪਿਆਰੀ ਹੈ, ਮਸਤਕ ਚੰਦ ਦੇ ਸਮਾਨ ਚਮਕਾ ਮਾਰ ਰਿਹਾ ਹੈ। ਮੈਂ ਬਲਿਹਾਰ ਜਾਵਾਂ ਇਸ ਨੂਰੀ ਸਰੂਪ ਤੋਂ ਤਾਂ ਆਖਿਆ ਕਿ ਮੇਰੇ ਰੱਬ ਜੀ, ਮੇਰੇ ਭੋਲੇ ਸ਼ਿਵ ਭੰਡਾਰੀ ਜੀ, ਆਪ ਇਹ ਹੀਰੇ ਮੋਤੀ ਵਾਪਸ ਲੈ ਜਾਵੋ ਅਤੇ ਮੈਨੂੰ ਆਟੇ ਦੀ ਭਿੱਛਿਆ ਲਿਆ ਕੇ ਪਾ ਦੇਵੋ। ਇਹ ਸਾਡੇ ਕਿਸੇ ਵਰਤੋਂ ਵਿੱਚ ਨਹੀਂ ਹਨ, ਇਹ ਤਾਂ ਮੇਰਾ ਕੁੰਡਾ ਕਰਵਾ ਦੇਣਗੇ। ਹਕੂਮਤ ਬਹੁਤ ਬੇਰਹਿਮ ਹੈ, ਜੋ ਬੇਨਿਆਈ ਤਾਂ ਅੱਗੇ ਹੀ ਕਰੀ ਜਾ ਰਹੀ ਹੈ, ਮੈਨੂੰ ਨਹੀਂ ਛੱਡੇਗੀ। ਪਿੱਛੇ ਲੈ ਜਾਵੋ, ਹੈ ਲਵੋ ਹੀਰੇ ਅਤੇ ਮੋਤੀ। ਇਹਨਾਂ ਗੱਲਾਂ ਹੁੰਦੀਆਂ ਦੀ ਆਵਾਜ਼ ਅੰਦਰ ਪੁੱਜੀ ਕਿ ਮੇਰੇ ਲਾਲ ਦੇ ਨਾਲ ਗੱਲਾਂ ਬਾਹਰ ਕੌਣ ਕਰ ਰਿਹਾ ਹੈ। ਤਾਂ ਨਨਾਣ ਭਰਜਾਈ ਦੋਨੋਂ ਹੀ ਭੱਜ ਕੇ ਬਾਹਰ ਆਈਆਂ। ਅੱਗੇ ਸਾਧੂ ਖੜ੍ਹਾ ਹੈ। ਅੱਗੇ ਵੱਧ ਕੇ ਵੇਖਿਆ, ਸਾਧੂ ਦੇ ਕਾਸੇ 'ਤੇ ਨਜ਼ਰ ਪਈ। ਹੀਰੇ ਮੋਤੀ ਤੱਕੇ ਤਾਂ ਭੂਆ ਨਾਨਕੀ ਜੀ ਅਤੇ ਮਾਤਾ ਸੁਲੱਖਣੀ ਜੀ ਵੇਖ ਕੇ ਹੈਰਾਨ ਹੋ ਗਏ ਕਿ ਇਹ ਹੀਰੇ ਮੋਤੀ ਕਿੱਥੋਂ ਆ ਗਏ ਹਨ, ਜੋ ਮੇਰੇ ਲਾਲ ਅਤੇ ਸਾਧੂ ਦੇ ਕਾਸੇ ਵਿੱਚ ਪਾ ਦਿੱਤੇ ਹਨ। ਤਾਂ ਨਿੱਕੇ ਜਿਹੇ ਬਾਲ ਸਰੂਪ ਨੇ ਆਖਿਆ ਕਿ ਤੁਸੀਂ ਮੇਰੇ ਨਾਲ ਅੰਦਰ ਚਲੋ, ਮੈਂ ਦੱਸ ਦਿੰਦਾ ਹਾਂ। ਅੰਦਰ ਗਏ ਤਾਂ ਬਾਲ ਸਰੂਪ ਜੀ ਨੇ ਬੋਰੀ ਵੱਲ ਇਸ਼ਾਰਾ ਕੀਤਾ ਕਿ ਮਾਤਾ ਜੀ, ਇਸ ਭਰੀ ਹੋਈ ਬੋਰੀ ਵਿੱਚੋਂ ਕੇਵਲ ਉਹ ਪਵਿੱਤਰ ਹੱਥਾਂ ਦੀ ਛੋਹ ਨਾਲ ਹੀ ਹੀਰੇ ਮੋਤੀ ਬਣ ਗਏ ਸਨ। ਜਿਵੇਂ ਪਾਰਸ ਦੀ ਛੋਹ ਨਾਲ ਲੋਹਾ ਸੋਨਾ ਬਣ ਜਾਂਦਾ ਹੈ। ਦਰ ਆਏ ਉਸ ਸਾਧੂ ਨੂੰ ਵੀ ਦਰ ਤੋਂ ਪ੍ਰਸੰਨ ਕਰਕੇ ਤੋਰਿਆ। ਜਾਂਦੇ ਹੋਏ ਸਾਧੂ ਨੇ ਸਿਰ ਝੁਕਾ ਕੇ ਨਮਸਕਾਰ ਕੀਤੀ ਤੇ ਆਪਣੇ ਰਾਹ ਪੈ ਗਿਆ। ਪਰ ਬਾਬਾ ਜੀ ਦੀ ਸੂਰਤ ਉਸਦੇ ਹਿਰਦੇ ਵਿੱਚ ਨਿਵਾਸ ਕਰ ਰੱਖਿਆ ਹੋਇਆ ਸੀ। ਜਿਵੇਂ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਦੂਸਰਾ ਕੋਤਕ, ਆਪ ਲਗਭਗ 7-8 ਸਾਲ ਦੇ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਯਾਤਰਾ ਕਰਨ ਵਾਸਤੇ ਤੁਰੇ ਤਾਂ ਆਪ ਜੀ ਨੂੰ ਭੈਣ ਨਾਨਕੀ ਦੀ ਝੋਲੀ ਪਾ ਕੇ ਉਸ ਦਾ ਪੁੱਤਰ ਬਣਾ ਕੇ ਹੀ ਤੁਰੇ ਸਨ। ਭੈਣ ਨਾਨਕੀ ਦੀ ਕੁੱਖ ਤੋਂ ਕੋਈ ਧੀ ਪੁੱਤਰ ਨਹੀਂ ਹੋਇਆ। ਲਖਮੀ ਦਾਸ ਜੀ 2 ਸਾਲ ਛੋਟੇ ਸਨ। ਉਹ ਆਪਣੇ ਨਾਨਕੇ ਚਲੇ ਗਏ ਸਨ। ਇੱਧਰ ਬਾਲਕ ਸ਼੍ਰੀ ਚੰਦਰ ਜੀ ਕਈ ਦਿਨ ਰੋਟੀ ਵੀ ਨਾ ਖਾਂਦਾ ਅਤੇ ਚੌਂਕੜਾ ਮਾਰ ਕੇ ਭਜਨ ਸਿਮਰਨ ਵਿੱਚ ਲੀਨ ਹੋ ਰਹਿਣਾ। ਸੂਰਤੀ ਪ੍ਰਭੂ ਦੀ ਜੋਤ ਵਿੱਚ ਲਾਈ ਰੱਖਣੀ। ਜਦ ਘਰ ਤੋਂ ਬਾਹਰ ਬੱਚਿਆਂ ਨਾਲ ਵੀ ਖੇਡਣ ਮਲਣ ਜਾਂਦੇ ਤਾਂ ਬੱਚਿਆਂ ਨੂੰ ਬਿਠਾਲ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਜਪਾਣਾ ਅਤੇ ਜਪਣਾ। ਕਈ ਵਾਰ ਬੱਚਿਆਂ ਨਾਲ ਲੁਕਣ ਮਿਚੀ ਦੀ ਖੇਡ ਖੇਡਦਿਆਂ ਹੀ ਵਿੱਚੇ ਅਲੋਪ ਹੋ ਜਾਣਾ ਤਾਂ ਬੱਚਿਆਂ ਨੇ ਵੀ ਹੈਰਾਨ ਰਹਿ ਜਾਣਾ। ਤੀਸਰਾ ਕੋਤਕ, ਇੱਕ ਦਿਨ ਬਾਲਕ ਸਰੂਪ ਬਾਬਾ ਜੀ ਇਕੱਲੇ ਹੀ ਬਾਹਰ ਜੰਗਲ ਵਿੱਚ ਚਲੇ ਗਏ ਸਨ ਤਾਂ ਅਚਾਨਕ ਹੀ ਉੱਤੇ ਕਾਲੇ ਰੰਗ ਦਾ ਸੱਪ ਆਣ ਨਿਕਲਿਆ ਤਾਂ ਉਸ ਨੂੰ ਹੀ ਫੜ ਕੇ ਉਹਦੇ ਨਾਲ ਹੀ ਖੇਡਣ ਲੱਗ ਪਏ। ਕਦੀ ਆਪਣੇ ਗਲ ਵਿੱਚ ਪਾ ਲੈਂਦੇ, ਕਦੀ ਸਿਰ 'ਤੇ ਪੱਗ ਵਾਂਗ ਬੰਨ੍ਹ ਲੈਂਦੇ।
ਕਦੀ ਆਪਣੇ ਨੱਕ ਦੇ ਨਾਲ ਨਾਲ ਵੱਲ ਲੈਂਦੇ। ਲੋਕੀ ਵੇਖ ਕੇ ਭੱਜੇ ਆਉਂਦੇ ਕਿ ਬਾਲਕ ਨੂੰ ਇਹ ਡਸ ਨਾ ਜਾਵੇ। ਜਦ ਨੇੜੇ ਆਏ ਤਾਂ ਉਹ ਸੱਪ ਉੱਤੇ ਹੀ ਅਲੋਪ ਹੋ ਗਿਆ। ਲੋਕੀ ਵੀ ਹੈਰਾਨ ਹੋ ਗਏ, ਸੋਚਾਂ ਵਿੱਚ ਪੈ ਗਏ ਹਨ ਕਿ ਇਹ ਤਾਂ ਸ਼ਿਵ ਭੋਲਾ ਭੰਡਾਰੀ ਹੀ ਹੋਵੇਗਾ, ਜਿਸ ਦੇ ਸੱਪ ਵੀ ਪਿਆਰੇ ਹੋ ਰਹੇ ਹਨ। ਚੌਥਾ ਕੌਤਕ। ਇੱਕ ਦਿਨ ਬਾਲ ਸਰੂਪ ਬਾਬਾ ਜੀ ਘੋਰ ਵੱਡੇ ਜੰਗਲ ਵਿੱਚ ਜਾ ਬੈਠੇ ਤਾਂ ਸਮਾਧੀ ਵਿੱਚ ਲੀਨ ਹੋ ਗਏ। ਦੋ ਸ਼ੇਰ ਜੰਗਲ ਵਿੱਚੋਂ ਆਣ ਕੇ ਬਾਬਾ ਜੀ ਦੇ ਖੱਬੇ ਸੱਜੇ ਬੈਠ ਗਏ। ਦੋ ਜੋ ਦਰਸ਼ਕ ਕਰਕੇ ਆਪਣਾ ਜੀਵਨ ਸਫਲ ਕਰਦੇ ਹੋਣ। ਇਹ ਵੀ ਕੌਤਕ ਬਹੁਤ ਸਾਰੇ ਲੋਕਾਂ ਨੇ ਤੱਕਿਆ ਹੈ ਅਤੇ ਆਖਣ ਲੱਗੇ ਕਿ ਧੰਨ ਹੈ ਇਸ ਦੇ ਪਿਤਾ ਨਾਨਕ ਦੇਵ ਜੀ ਅਤੇ ਧੰਨ ਹੈ ਇਹਨਾਂ ਦੀ ਮਾਤਾ, ਜਿਸ ਨੇ ਐਸੇ ਤਪ ਤੇਜ ਵਾਲਾ ਸਪੁੱਤਰ ਜਨਮਿਆ ਹੈ, ਜਿਸ ਦੇ ਦਰਸ਼ਨਾਂ ਦੀ ਚਾਹਨਾ ਕਰਕੇ ਸ਼ੇਰ ਵੀ ਸ਼ਰਨ ਵਿੱਚ ਬੈਠੇ ਹੋਏ ਹਨ। ਪੰਜਵਾਂ ਕੌਤਕ। ਇੱਕ ਦਿਨ ਬਾਲ ਸਰੂਪ ਬਾਬਾ ਜੀ ਵੱਡੇ ਜੰਗਲ ਵਿੱਚ ਜਾ ਬੈਠੇ, ਆਪਣੀ ਭਗਤੀ ਵਿੱਚ ਲੀਨ ਹੋ ਗਏ ਤਾਂ ਜੰਗਲ ਵਿੱਚ ਇੱਕ ਹਾਥੀ ਸੁੰਦਰ ਮਿੱਠੇ ਮੇਵਿਆਂ ਵਾਲੀ ਡਾਲੀ ਜੋ ਫਲ ਦੇ ਨਾਲ ਭਰੀ ਪਈ ਸੀ ਲਿਆ ਕੇ ਅੱਗੇ ਰੱਖ ਦਿੱਤੀ ਅਤੇ ਉਹ ਕੁਝ ਭਰੇ ਹੋ ਕੇ ਖੜਾ ਰਿਹਾ। ਜਦ ਬਾਲ ਸਰੂਪ ਬਾਬਾ ਜੀ ਦੀ ਸਮਾਧੀ ਖੁੱਲ੍ਹੀ ਤਾਂ ਸੁੰਡ ਨਾਲ ਡੰਡੌਤ ਕੀਤੀ ਅਤੇ ਇੱਕ ਫੁੱਲ ਵੀ ਚਰਨਾਂ ਵਿੱਚ ਭੇਟ ਕੀਤਾ। ਬਾਲ ਸਰੂਪ ਬਾਬਾ ਜੀ ਦੀ ਦ੍ਰਿਸ਼ਟੀ ਪਈ ਤਾਂ ਉਹ ਅੰਤ ਇਸ ਜੂਨ ਦਾ ਤਿਆਗ ਕਰਕੇ ਉਸ ਦੀ ਰੂਹ ਅਮਰ ਲੋਕ ਨੂੰ ਚਲੀ ਗਈ। ਉਹ ਇਸ ਜੂਨ ਵਿੱਚ ਬਿਰਧ ਹੋ ਗਿਆ ਸੀ। ਇਹ ਪਹਿਲੇ ਜਨਮ ਵਿੱਚ ਇੱਕ ਜੱਟਾਂ ਦਾ ਮੁੰਡਾ ਸੀ। ਸਰੀਰ ਦਾ ਬਹੁਤ ਭਾਰਾ ਸੀ ਤਾਂ ਜਾਂਦੇ ਸੰਤਾਂ ਨੂੰ ਹਾਸੀ ਕੀਤੀ ਸੀ। ਉਹਨਾਂ ਦੇ ਮੁਖ ਤੋਂ ਅਚਾਨਕ ਹੀ ਨਿਕਲ ਗਿਆ, ਜਾਓ ਇਹ ਹਾਥੀਆ, ਸੰਤਾਂ ਨੂੰ ਹਾਸੀ ਨਹੀਂ ਕਰਨੀ ਚਾਹੀਦੀ। ਤਾਂ ਉਸ ਨੂੰ ਇਹ ਹਾਥੀ ਦੀ ਜੂਨ ਮਿਲ ਗਈ। ਸੋ ਪਿਆਰੀ ਸਾਧ ਸੰਗਤ ਜੀ, ਕਦੇ ਵੀ ਸੰਤ ਸਰੂਪ ਨੂੰ ਹਾਸੀ ਨਹੀਂ ਕਰਨੀ ਚਾਹੀਦੀ। ਕਹਾਵਤ ਹੈ, ਸੰਤਾ ਸੇਤੀ ਮਸਕਰੀ, ਕੁਲ ਡੋਬਣ ਕੀ ਰੀਤ, ਭਗਵਾਨ ਸੇਵਾ ਕਰੇ ਹੁਜ ਤਾਂ ਕਰੇ ਪਲੀਤ। ਛੇਵਾਂ ਕੌਤਕ। ਹੁਣ ਸ੍ਰੀ ਗੁਰੂ ਬਾਲ ਸਰੂਪ ਜੀ ਦੀ ਉਮਰ ਕੋਈ 7-8 ਸਾਲ ਦੀ ਹੀ ਹੋ ਗਈ ਸੀ। ਬਾਹਰ ਚਲੇ ਗਏ। ਇੱਕ ਦਰਖਤ ਸੁੱਕਾ ਪਿਆ ਸੀ। ਨਿੱਕੀਆਂ ਨਿੱਕੀਆਂ ਲੱਕੜੀਆਂ ਇਕੱਠੀਆਂ ਕਰਕੇ ਧੂਣਾ ਚੇਤਨਾ ਕਰਕੇ ਚੌਂਕੜਾ ਮਾਰ ਲਿਆ। ਸਮਾਧੀ ਲੱਗ ਗਈ। ਅਜੇ ਘਰ ਤੋਂ ਕੋਈ ਖਾਣਾ ਵੀ ਨਹੀਂ ਸੀ ਖਾਧਾ ਤਾਂ ਅਚਾਨਕ ਹੀ ਸ਼ੇਰ, ਹਾਥੀ, ਬਘਿਆੜ, ਚਿੱਤਰਾ, ਭੇਡ, ਬੱਕਰੀ ਅਤੇ ਹੋਰ ਕਈ ਕਿਸਮਾਂ ਦੇ ਜੰਗਲੀ ਭਿਆਨਕ ਜਾਨਵਰ ਆਣ ਕੇ ਬਾਲ ਗੁਰੂ ਜੀ ਦੀ ਲੱਗੀ ਸਮਾਧੀ ਦੇ ਕੋਲ ਬੈਠ ਜਾਂਦੇ ਹਨ। ਪਤਾ ਨਹੀਂ ਚੱਲਿਆ ਕਿ ਉਹ ਆਉਂਦੇ ਕਿੱਧਰੋਂ ਅਤੇ ਜਾਂਦੇ ਕਿੱਧਰ ਨੂੰ। ਇਹ ਆਗਾਮੀ ਕੌਤਕ ਬਹੁਤ ਸਾਰੀ ਦੁਨੀਆ ਨੇ ਅੱਖੀਂ ਵੇਖੇ। ਭੂਆ ਨਾਨਕੀ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਨਨਾਣ ਭਰਜਾਈ ਦੋਨੋਂ ਹੀ ਲੱਭਣ ਵਾਸਤੇ ਤੁਰ ਪਈਆਂ ਅਤੇ ਜੈ ਰਾਮ ਗੁਰੂ ਜੀ ਦੇ ਫੁੱਫੜ ਜੀ ਵੀ ਨਾਲ ਹੀ ਲੱਭਦੇ ਆ ਪੁੱਜੇ। ਲੱਭ ਹੀ ਲਿਆ ਅਜੇ ਕੁਛ ਦੂਰੀ 'ਤੇ ਹੀ ਸਨ ਤਾਂ ਸਭ ਤਰ੍ਹਾਂ ਦੇ ਨਿੱਕੇ ਵੱਡੇ ਇਹ ਜਾਨਵਰ ਲਾਗੇ ਬੈਠੇ। ਅੱਖੀਂ ਤੱਕੇ ਤੇ ਹੈਰਾਨ ਵੀ ਹੋਏ, ਪਰ ਪੂਰੇ ਤੌਰ 'ਤੇ ਸਮਝ ਵੀ ਗਏ ਕਿ ਇਹ ਵਾਕਿਆ ਹੀ ਸ਼ਿਵ ਜੀ ਹੀ ਸਾਡੇ ਗ੍ਰਹਿ ਵਿਖੇ ਆਣ ਪ੍ਰਗਟੇ ਹਨ। ਤਾਂ ਜਦ ਨਜ਼ਦੀਕ ਪਹੁੰਚੇ ਪਤਾ ਨਹੀਂ ਚੱਲਿਆ ਕਿ ਇੱਕ ਝਲਕ ਵਿੱਚ ਹੀ ਉਹ ਕਿਧਰੇ ਛੁਪ ਹੀ ਗਏ। ਹੁਣ ਸਮਾਧੀ ਵੀ ਖੁੱਲ੍ਹ ਗਈ ਸੀ। ਖੜ੍ਹੇ ਸਨ। ਕੋਲ ਪਹੁੰਚੇ ਤਾਂ ਜੈ ਰਾਮ ਜੀ ਨੇ ਚੁੱਕ ਲਿਆ ਤਾਂ ਆਖਣ ਲੱਗੇ ਕਿ ਅਸੀਂ ਘਰ ਤੁਰ ਕੇ ਹੀ ਜਾਵਾਂਗੇ, ਤੁਸੀਂ ਸਾਨੂੰ ਉਤਾਰ ਦੇਵੋ। ਤਾਂ ਉਹਨਾਂ ਦੇ ਨਾਲ ਘਰ ਪਹੁੰਚੇ। ਭੂਆ ਜੀ ਨੇ ਦੁੱਧ ਦਾ ਕਟੋਰਾ ਭਰ ਕੇ ਪਿਲਾਇਆ, ਲਾਡ ਲੜਾਇਆ, ਪਿਆਰ ਕੀਤਾ। ਸਭ ਨੇ ਭੋਲੇ ਭੰਡਾਰੀ ਸ਼੍ਰੀ ਚੰਦਰ ਜੀ ਦਾ ਨਾਮ ਪੱਕਾ ਦਿੱਤਾ। ਇਸ ਤਰ੍ਹਾਂ ਦੇ ਬਹੁਤ ਸਾਰੇ ਕੌਤਕ ਇਤਿਹਾਸਕਾਰਾਂ ਦੀਆਂ ਲਿਖਤਾਂ ਤੋਂ ਮਿਲਦੇ ਹਨ, ਪਰ ਲਿਖੇ ਹੀ ਨਹੀਂ ਜਾ ਸਕਦੇ, ਬੇਅੰਤ ਹੀ ਬੇਅੰਤ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।